ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਈ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਇੱਕ ਸੀਨੀਅਰ ਆਈਐਸ ਅਫਸਰ ਨੇ ਪੰਜਾਬ ਦੇ ਹੀ ਆਮ ਆਦਮੀ ਪਾਰਟੀ ਦੇ ਐਮਐਲਏ, ਲੁਧਿਆਣੇ ਦੇ ਐਮਐਲਏ, ਉਹਨਾਂ ਦੀ ਤੋਹੀਨ ਕੀਤੀ ਜਦੋਂ ਉਹ ਉਹਨਾਂ ਨੂੰ ਮਿਲਣ ਗਏ। ਹਾਲਾਂਕਿ ਇਹ ਵਾਕਿਆ 2 ਮਹੀਨੇ ਤੋਂ ਵੀ ਵੱਧ ਦਾ ਪੁਰਾਣਾ, ਪਰ ਕਿਉਂਕਿ ਇਹ ਹੁਣ ਸੁਰਖੀਆਂ ਦੇ ਵਿੱਚ ਆਇਆ ਪਿਛਲੇ ਦਿਨ, ਯਾਨੀ ਕਿ ਬੀਤੇ ਕੱਲ 25 ਜੁਲਾਈ ਨੂੰ ਇਸ ਆਈਐਸ ਆਫਿਸਰ ਦਲੀਪ ਕੁਮਾਰ, ਇਸ ਦਾ ਨਾਂ, ਇਹ 1995 ਬੈਚ ਦੇ ਅਫਸਰ ਨੇ। ਇਹਨਾਂ ਨੂੰ ਹੁਣ ਵਿਧਾਨ ਸਭਾ ਦੀ ਪ੍ਰਿਵਿਲੇਜ ਕਮੇਟੀ ਨੇ ਬੁਲਾਇਆ ਸੀ। ਉੱਥੇ ਇਹਨਾਂ ਨੂੰ ਪੇਸ਼ ਹੋਣ ਲਈ ਕਿਹਾ ਸੀ ਕਿ ਤੁਸੀਂ ਇੱਕ ਐਮਐਲਏ ਗੁਰਪ੍ਰੀਤ ਗੋਗੀ, ਜਿਹੜੇ ਲੁਧਿਆਣੇ ਵੈਸਟ ਦੇ ਜਾਂ ਲੁਧਿਆਣੇ ਪੱਛਮੀ ਦੇ ਐਮਐਲਏ ਨੇ, ਉਹਨਾਂ ਦੇ ਨਾਲ ਤੁਸੀਂ ਇਸ ਤਰ੍ਹਾਂ ਬਿਹੇਵ ਕਿਉਂ ਕੀਤਾ, ਉਹਨਾਂ ਦੇ ਨਾਲ ਬਦਸਲੂਕੀ ਕਿਉਂ ਕੀਤੀ, ਉਹਨਾਂ ਦੀ ਤੋਹੀਨ ਕਿਉਂ ਕੀਤੀ। ਸ਼ੁਰੂ ਦੇ ਵਿੱਚ ਦਲੀਪ ਕੁਮਾਰ ਆਪਣੀਆਂ ਦਲੀਲਾਂ ਦਿੰਦੇ ਰਹੇ, ਕਹਿੰਦੇ ਜੀ ਮੈਂ ਤਾਂ ਇਸ ਤਰ੍ਹਾਂ ਦਾ ਕੁਝ ਕੀਤਾ ਹੀ ਨਹੀਂ, ਮੈਂ ਤਾਂ ਉਹਨਾਂ ਨਾਲ ਬਹੁਤ ਵਧੀਆ ਪੇਸ਼ ਆਇਆ। ਪਰ ਜਿਸ ਤਰ੍ਹਾਂ ਹੀ ਕੱਲ ਵਿਧਾਨ ਸਭਾ ਦੀ ਉਸ ਕਮੇਟੀ ਅੱਗੇ ਪੇਸ਼ ਹੋਏ, ਬਿਲਕੁਲ ਗਿਰਗਿਟ ਦੀ ਤਰ੍ਹਾਂ ਰੰਗ ਬਦਲ ਲਿਆ, ਹਾਉ ਭਾਈ ਹੋਰ ਹੋ ਗਏ ਤੇ ਕਹਿਣ ਲੱਗ ਪਏ, ਕਹਿੰਦੇ ਕੋਈ ਗੱਲ ਨਹੀਂ ਜੀ, ਆਪਣੇ ਜਿੰਨੇ ਤਰਕ ਪਹਿਲੇ ਦਿੱਤੇ ਸੀ ਉਸ ਤੋਂ ਬਿਲਕੁਲ ਉਲਟ ਜਵਾਬ ਦੇਣ ਲੱਗ ਪਏ। ਇਸ ਬਾਰੇ ਮੈਂ ਤੁਹਾਨੂੰ ਤਫਸੀਲ ਦੇ ਨਾਲ ਦੱਸੂਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੱਗਦਾ ਇਹਨਾਂ ਦਿਨਾਂ ਦੇ ਵਿੱਚ ਦਿਨ ਕੋਈ ਜ਼ਿਆਦਾ ਚੰਗੇ ਨਹੀਂ ਚੱਲ ਰਹੇ, ਕਿਉਂਕਿ ਸਿਆਸਤ ਦੇ ਵਿੱਚ ਤਾਂ ਉਹਨਾਂ ਨੂੰ ਲਗਾਤਾਰ ਝਟਕੇ ਸਹਿਣੇ ਪੈ ਰਹੇ ਆ। ਤੁਸੀਂ ਦੇਖੋ, ਹਿਮਾਚਲ ਪ੍ਰਦੇਸ਼ ਸੀ, ਉਸ ਤੋਂ ਬਾਅਦ ਕਰਨਾਟਕ ਸੀ, ਦਿੱਲੀ ਦੀਆਂ ਮਿਊਨਿਸਪਲ ਕਾਰਪੋਰੇਸ਼ਨ ਸੀ, ਮਹਾਰਾਸ਼ਟਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਬਹੁਤ ਸਾਰੀਆਂ ਚੋਣਾਂ ਹਾਰੀ ਆ, ਵੈਸਟ ਬੰਗਾਲ ਸੀ। ਲੇਕਿਨ ਇਹ ਤਾਂ ਚਲੋ ਸਿਆਸੀ ਗੱਲਾਂ ਹੋਈਆਂ, ਜਿੱਥੇ ਉਹ ਹੋਰ ਕੋਈ ਪ੍ਰੋਜੈਕਟ ਕਰਦੇ ਨੇ। ਮੈਂ ਚੀਤਿਆਂ ਦੀ ਗੱਲ ਕਰ ਰਿਹਾ। ਬੜੇ ਸ਼ੌਕ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਤੇ ਲੈ ਕੇ ਆਂਦੇ ਸੀ ਅਫਰੀਕਾ ਤੋਂ, ਕਹਿੰਦੇ ਕਿਉਂਕਿ ਇਹ ਜਿਹੜਾ ਜਾਨਵਰ ਆ ਭਾਰਤ ਦੇ ਵਿੱਚੋਂ ਅਲੋਪ ਹੋ ਗਿਆ, ਵਿਲੁਪਤ ਹੋ ਗਿਆ, ਐਕਸਟਿੰਕਟ ਹੋ ਗਿਆ, ਤੇ ਇਸ ਨੂੰ ਹੁਣ ਮੁੜ ਵਸਾਉਣਾ, ਇਸ ਕਰਕੇ ਚੀਤੇ ਲੈ ਕੇ ਆਂਦੇ। ਪਰ ਉਹਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਨੇ। ਪਾਰਲੀਮੈਂਟ ਦੇ ਵਿੱਚ ਇਸ ਦਾ ਜਵਾਬ ਦਿੱਤਾ ਗਿਆ, ਇਸ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ। ਤੇ ਨਾਲ ਦੀ ਨਾਲ ਪ੍ਰਧਾਨ ਮੰਤਰੀ ਦੀ ਦੂਸਰੀ ਗੱਲ ਵੀ, ਕਿਉਂਕਿ ਇਸ ਟਾਈਮ ਜਿਹੜੀ ਪਰੇਸ਼ਾਨੀ ਆ ਭਾਰਤੀ ਜਨਤਾ ਪਾਰਟੀ ਨੂੰ, ਉਹ ਦੇਖੀ ਜਾ ਰਹੀ ਆ, ਔਰ ਇਸ ਦਾ ਅਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾਂ ਤੇ ਵੀ ਹੋ ਰਿਹਾ, ਜਿਨ੍ਹਾਂ ਨੂੰ ਅਕਸਰ ਮੰਨਿਆ ਜਾਂਦਾ ਕਿ ਉਹ ਔਰੇਟਰ ਬਹੁਤ ਵਧੀਆ, ਬੋਲਦੇ ਬਹੁਤ ਸੋਹਣਾ ਨੇ। ਪਰ ਬੀਤੇ ਕੱਲ ਜਿਹੜਾ ਉਹਨਾਂ ਦਾ ਭਾਸ਼ਣ ਸੀ, ਉਸ ਦਾ ਪੱਧਰ ਵਾਕਈ ਬਹੁਤ ਨੀਵਾਂ ਸੀ। ਜਿਸ ਤਰ੍ਹਾਂ ਉਹਨਾਂ ਨੇ ਆਪੋਜੀਸ਼ਨ ਪਾਰਟੀਜ਼ ਨੂੰ ਈਸਟ ਇੰਡੀਆ ਕੰਪਨੀ, ਇੰਡੀਅਨ ਮੁਜਾਹਿਦੀਨ ਜਾਂ ਪੀਪਲਜ਼ ਜਾਂ ਪੋਪੂਲਰ ਫਰੰਟ ਆਫ ਇੰਡੀਆ, ਉਹਦੇ ਨਾਲ ਉਸ ਦਾ ਕੰਪੈਰੀਜ਼ਨ ਕੀਤਾ ਜਾਂ ਉਹਨਾਂ ਦੇ ਨਾਲ ਮਿਲਾਇਆ, ਤੇ ਫਿਰ ਆਲੋਚਨਾਵਾਂ ਹੋਰ ਤਿੱਖੀਆਂ ਹੋ ਗਈਆਂ। ਤੇ ਅਖੀਰ ਤੇ ਆਪਾਂ ਗੱਲ ਕਰਾਂਗੇ ਪੈਸਟੀਸਾਈਡਸ ਦੀ। ਕੀੜੇ ਮਾਰ ਦਵਾਈਆਂ ਜਾਂ ਕੀਟਨਾਸ਼ਕ ਦਵਾਈਆਂ, ਉਹ ਕੀੜੇ ਮਾਰ ਦਵਾਈਆਂ, ਉਹ ਪੈਸਟੀਸਾਈਡਸ ਜਾਂ ਇਨਸੈਕਟੀਸਾਈਡਸ ਜਿਹੜੇ ਆਪਾਂ ਫਸਲਾਂ ਤੇ ਛਿੜਕਦੇ ਆ, ਕਿਸਾਨ ਜਿਨ੍ਹਾਂ ਨੂੰ ਛਿੜਕਦੇ ਨੇ ਤਾਂ ਕਿ ਕੀੜੇ ਮਰ ਸਕਣ ਫਸਲਾਂ ਦੇ ਤੇ ਉਹਨਾਂ ਦਾ ਝਾੜ ਵਧੀਆ ਹੋ ਸਕੇ। ਪਰ ਇਸ ਦੌਰਾਨ ਕੇਂਦਰ ਨੇ ਲਗਭਗ 27 ਇਸ ਤਰ੍ਹਾਂ ਦੇ ਕੀਟਨਾਸ਼ਕ ਜਿਹੜੇ ਸੀ ਉਹਨਾਂ ਨੂੰ ਬੈਨ ਕੀਤਾ ਸੀ, ਕਿਉਂਕਿ ਉਹ ਹਿਊਮਨ ਕੰਜ਼ੰਪਸ਼ਨ ਲਈ ਜਾਂ ਮਨੁੱਖਾਂ ਲਈ ਘਾਤਕ ਸੀ, ਜਾਂ ਉਹਨਾਂ ਨਾਲ ਹਿਊਮਨ ਲਾਈਫ ਨੂੰ ਖਤਰਾ ਹੋ ਸਕਦਾ। ਇਸ ਕਰਕੇ ਉਹਨਾਂ ਨੂੰ ਬੈਨ ਕੀਤਾ ਸੀ। ਪਰ ਇੱਕ ਹੋਰ ਕਮੇਟੀ ਬਣਾ ਕੇ 24 ਕੀਟਨਾਸ਼ਕ ਉਹਨਾਂ ਚੋਂ ਬਾਹਰ ਕੱਢਤੇ। ਕਹਿੰਦੇ ਕੋਈ ਗੱਲ ਨਹੀਂ, ਇਹ ਤਾਂ ਠੀਕ ਆ, ਕੇਵਲ ਤੇ ਕੇਵਲ 3। ਪਰ ਇਸ ਗੱਲ ਨੂੰ ਹੁਣ ਸੁਪਰੀਮ ਕੋਰਟ ਨੇ ਫੜ ਲਿਆ। ਉਹ ਕਹਿੰਦੇ ਇਹ ਕੀ ਤੁਸੀਂ ਢੰਗ ਤਰੀਕਾ ਅਪਣਾਇਆ, ਕਦੇ ਤੁਸੀਂ ਬੈਨ ਕਰਦੇ ਹੋ, ਫਿਰ ਇੱਕ ਕਮੇਟੀ ਬਣਾ ਕੇ ਬੈਨ ਕਰਦੇ ਹੋ, ਦੂਸਰੀ ਕਮੇਟੀ ਬਣਾ ਕੇ ਤੁਸੀਂ ਉਹਨਾਂ ਨੂੰ ਰਾਹਤ ਦੇ ਦਿੰਦੇ ਹੋ। ਕਹਿੰਦੇ ਇਸ ਤਰ੍ਹਾਂ ਨਹੀਂ ਚੱਲੂਗਾ। ਇਸ ਉੱਤੇ ਵੀ ਮੈਂ ਤੁਹਾਨੂੰ ਤਮਾਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ। ਲੁਧਿਆਣੇ ਦੇ ਐਮਐਲਏ ਗੁਰਪ੍ਰੀਤ ਗੋਗੀ, ਇਹ 16 ਮਈ ਨੂੰ ਚੰਡੀਗੜ੍ਹ ਆਉਂਦੇ ਨੇ, ਤੇ ਚੰਡੀਗੜ੍ਹ ਆਪਣੇ ਨਾਲ ਲੁਧਿਆਣੇ ਦੇ ਕੁਝ ਖਾਸ ਇੰਡਸਟਰੀਅਲਿਸਟ ਨੂੰ, ਕੁਝ ਐਸੋਸੀਏਸ਼ਨਸ ਨੂੰ, ਜਿਹੜੀਆਂ ਕਿ ਨਾਮਵਰ ਐਸੋਸੀਏਸ਼ਨਸ ਨੇ, ਉਹਨਾਂ ਨੂੰ ਨਾਲ ਲੈ ਕੇ ਆਉਂਦੇ ਨੇ। ਉਹਨਾਂ ਦੇ ਜਿਹੜੇ ਨੁਮਾਇੰਦੇ ਹੁੰਦੇ ਨੇ ਇੰਡਸਟਰੀਅਲਿਸਟ, ਉਹ ਨਾਲ ਆਉਂਦੇ ਨੇ, ਤੇ ਇਹਨਾਂ ਨੂੰ ਇਹ ਕਹਿ ਕੇ ਲੈ ਕੇ ਆਉਂਦੇ ਨੇ, ਕਹਿੰਦੇ ਚਲੋ ਆਪਾਂ ਚੰਡੀਗੜ੍ਹ ਚੱਲੀਏ। ਤੇ ਉੱਥੇ ਕਿਉਂਕਿ ਪ੍ਰਿੰਸੀਪਲ ਸੈਕਟਰੀ ਦਲੀਪ ਕੁਮਾਰ, ਜਿਹੜੇ ਸੈਕਟਰੀ ਇੰਡਸਟਰੀ ਤੇ ਕਮਰਸ ਨੇ, ਸਭ ਤੋਂ ਵੱਡੇ ਅਫਸਰ ਨੇ ਇਸ ਮਹਿਕਮੇ ਦੇ, ਉਹ ਇੱਕ ਬੈਠਕ ਕਰ ਰਹੇ ਆ। 17 ਸੈਕਟਰ ਦੇ ਵਿੱਚ ਉਹਨਾਂ ਦਾ ਦਫ਼ਤਰ ਆ ਚੰਡੀਗੜ੍ਹ ਦੇ ਵਿੱਚ। ਆਪਾਂ ਵੀ ਚੱਲਦੇ ਹਾਂ ਤੇ ਜਾ ਕੇ ਸੁਣਦੇ ਹਾਂ, ਸ਼ਾਇਦ ਕੋਈ ਲਾਭ ਵੀ ਪ੍ਰਾਪਤ ਹੋ ਜਾਊਗਾ।
ਲੇਕਿਨ ਜਿੱਦਾਂ ਹੀ ਉਹ ਆਉਂਦੇ ਨੇ ਆ ਕੇ ਆਪਣਾ ਤਾਰਫ ਕਰਾਉਂਦੇ ਨੇ। ਹੁਣ ਗੱਲ ਇਹ ਵੀ ਪਤਾ ਲੱਗੀ ਆ, ਹੱਥ ਮਿਲਾਉਂਦੇ ਨੇ ਦਲੀਪ ਕੁਮਾਰ ਨਾਲ ਗੁਰਪ੍ਰੀਤ ਗੋਗੀ ਤੇ ਨਾਲ ਹੀ ਆਪਣਾ ਤਾਰਫ ਕਰਾਉਂਦੇ ਨੇ, ਕਹਿੰਦੇ ਜੀ ਮੈਂ ਐਮਐਲਏ ਲੁਧਿਆਣੇ ਪੱਛਮੀ ਤੋਂ। ਤੇ ਇੱਕੋ ਦਮ ਦਲੀਪ ਕੁਮਾਰ ਉਹਨਾਂ ਦਾ ਹੱਥ ਛੱਡ ਦਿੰਦੇ ਨੇ, ਕਹਿੰਦੇ ਤੁਸੀਂ ਕੌਣ? ਕੌਣ ਗੁਰਪ੍ਰੀਤ ਗੋਗੀ? ਤੁਹਾਨੂੰ ਤਾਂ ਇੱਥੇ ਬੁਲਾਇਆ ਨਹੀਂ, ਤੁਹਾਨੂੰ ਤਾਂ ਇੱਥੇ ਹੋਣਾ ਹੀ ਨਹੀਂ ਚਾਹੀਦਾ। ਇਹ ਦੇਖ ਕੇ ਪਹਿਲਾਂ ਤਾਂ ਗੁਰਪ੍ਰੀਤ ਗੋਗੀ ਸੁੰਨ ਹੋ ਗਏ, ਉਹਨਾਂ ਨੂੰ ਤਾਂ ਉਮੀਦ ਹੀ ਨਹੀਂ ਸੀ। ਇੰਨੇ ਜ਼ਿਆਦਾ ਉਹ ਆਪਣੇ ਨਾਲ ਇੰਡਸਟਰੀਲਿਸਟ ਲੈ ਕੇ ਆਏ ਸੀ, ਉਹਨਾਂ ਦੇ ਗਰੁੱਪ ਆਏ ਸੀ ਔਰ ਉੱਥੋਂ ਦੇ ਮੋਹਤਬਾਰ ਬੰਦੇ ਸੀ ਜਿਨ੍ਹਾਂ ਨੂੰ ਇਹ ਕਹਿ ਕੇ ਲੈ ਕੇ ਆਏ ਸੀ ਕਿ ਚਲੋ ਆਪਾਂ ਸੁਣਦੇ ਹਾਂ, ਕੁਛ ਨਾ ਕੁਛ ਸਾਡੇ ਹੱਕ ਦੇ ਵਿੱਚ ਹੋਊਗਾ। ਜਿਸ ਤਰ੍ਹਾਂ ਇਸ ਤਰ੍ਹਾਂ ਦਾ ਵਿਵਹਾਰ ਹੁੰਦਾ, ਜਦੋਂ ਹੀ ਉਹਨਾਂ ਦੇ ਨਾਲ ਦੀ ਨਾਲ ਉਹ ਸੁੰਨ ਹੋ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਇਸ ਬੈਠਕ 'ਚ ਨਹੀਂ ਬੈਠ ਸਕਦੇ ਕਿਉਂਕਿ ਤੁਸੀਂ ਬੁਲਾਇਆ ਨਹੀਂ, ਤੁਸੀਂ ਇਨਵਾਈਟਡ ਨਹੀਂ ਹੋ ਤੇ ਤੁਸੀਂ ਬਾਹਰ ਜਾ ਸਕਦੇ ਹੋ। ਇਸ ਗੱਲ ਨੂੰ ਲੈ ਕੇ ਗੁਰਪ੍ਰੀਤ ਗੋਗੀ, ਪਤਾ ਮੈਨੂੰ ਇਹ ਲੱਗਾ ਕਿ ਉਹ ਇੰਨੇ ਕੁ ਦੁਖੀ ਹੋ ਗਏ, ਉਹਨਾਂ ਤੋਂ ਤਾਂ ਰੋਟੀ ਨਾ ਖਾਧੀ ਜਾਵੇ। ਉਹਨਾਂ ਨੇ ਇਹਦੀ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕੀਤੀ, ਉਹਨਾਂ ਦਾ CMO ਚੀਫ ਮਿਨਿਸਟਰਸ ਆਫਿਸ ਉਹਨਾਂ ਨੂੰ ਵੀ ਪਤਾ ਲੱਗ ਗਿਆ ਤੇ ਇਸ ਦੀ ਸ਼ਿਕਾਇਤ ਉਹਨਾਂ ਨੇ ਉਸੇ ਦਿਨ 12:30 ਵਜੇ 16 ਮਈ ਨੂੰ ਉਹਨਾਂ ਦੇ ਨਾਲ ਇਹ ਘਟਨਾ ਵਾਪਰਦੀ ਆ ਤੇ ਲਗਭਗ 1:30 ਵਜੇ ਉਹ ਇੰਨੇ ਕੁ ਦੁਖੀ ਹੁੰਦੇ ਆ ਇਸ ਸਾਰੀ ਇਨਸਲਟ ਤੋਂ, ਜਿਸ ਤਰ੍ਹਾਂ ਦਾ ਦਲੀਪ ਕੁਮਾਰ ਦਾ ਬਿਹੇਵੀਅਰ ਸੀ ਕਿ ਉਹ 1:30 ਵਜੇ ਤੱਕ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਇਹ ਸ਼ਿਕਾਇਤ ਕਰ ਦਿੰਦੇ ਨੇ ਤੇ ਕੁਲਤਾਰ ਸਿੰਘ ਸੰਧਵਾ ਵੀ ਉਹਦਾ ਨੋਟਿਸ ਲੈ ਲੈਂਦੇ ਨੇ। ਇਹ ਮੈਂ ਤੁਹਾਨੂੰ ਦੱਸਿਆ ਸੀ ਵੀ ਕਿਸ ਤਰ੍ਹਾਂ ਉਹ ਦਲੀਪ ਕੁਮਾਰ ਨੂੰ 2 ਚਿੱਠੀਆਂ ਵੀ ਲਿਖਦੇ ਆ, ਪਰ ਦਲੀਪ ਕੁਮਾਰ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮੇਰਾ ਕੌਣ ਕੋਈ ਵਿਗਾੜ ਸਕਦਾ, ਸਾਲ ਹੋ ਗਿਆ ਮੈਨੂੰ ਇਸ ਮਹਿਕਮੇ ਦੇ ਵਿੱਚ ਲੱਗੇ ਹੋਇਆ ਨੂੰ ਤੇ ਮੈਨੂੰ ਕੌਣ ਕੀ ਕਹੂਗਾ, ਮੈਂ ਵੈਸੇ ਵੀ ਬਹੁਤ ਮੇਰਾ ਸੀਨੀਅਰ ਅਹੁਦਾ 28 ਸਾਲ ਮੇਰੀ ਸਰਵਿਸ ਨੂੰ ਹੋ ਗਏ, ਮੈਨੂੰ ਨਹੀਂ ਕੋਈ ਹੱਥ ਲਾਉਣ ਲੱਗਾ। ਇਸ ਕਰਕੇ ਉਹਨਾਂ ਨੇ ਚਿੱਠੀਆਂ ਦੇ ਜਵਾਬ ਤੱਕ ਨਹੀਂ ਦਿੱਤੇ ਕਿਉਂਕਿ ਕੁਲਤਾਰ ਸਿੰਘ ਸੰਧਵਾ ਚਾਹੁੰਦੇ ਸੀ ਕਿ ਘੱਟੋ ਘੱਟ ਇਹਨਾਂ ਨੂੰ ਦੋਨਾਂ ਨੂੰ ਬਿਠਾ ਕੇ ਆਪਸ ਦੇ ਵਿੱਚ ਸੁਲਹ ਸਫਾਈ ਕਰਵਾ ਦਿੱਤੀ ਜਾਵੇ। ਉਸ ਤੋਂ ਬਾਅਦ ਦਲੀਪ ਕੁਮਾਰ ਨੇ ਕੁਝ ਪੱਤਰਕਾਰਾਂ ਦੇ ਨਾਲ ਗੱਲ ਕੀਤੀ ਤੇ ਆਪਣਾ ਪੱਖ ਦਿੱਤਾ, ਕਹਿੰਦੇ ਜੀ ਮੈਂ ਤਾਂ ਕੁਝ ਕਿਹਾ ਹੀ ਨਹੀਂ, ਉਹਨਾਂ ਨੂੰ ਬੁਲਾਇਆ ਨਹੀਂ ਸੀ, ਮੈਂ ਤਾਂ ਉਹਨਾਂ ਨੂੰ ਪਛਾਣਿਆ ਹੀ ਨਹੀਂ। ਆਖਿਰਕਾਰ ਤੁਸੀਂ ਦੇਖੋ, ਇਹ ਮੈਂ ਇਹ ਵੀ ਦੱਸਦਾ ਤੁਹਾਨੂੰ, ਜਦੋਂ ਇਹ ਭਗਵੰਤ ਮਾਨ ਨੂੰ ਇਸ ਗੱਲ ਦਾ ਪਤਾ ਲੱਗਾ, ਉਹਨਾਂ ਨੂੰ ਇਸ ਗੱਲ ਉੱਤੇ ਇੰਨਾ ਕੁ ਉਹ ਖਫਾ ਹੋਏ, ਉਹਨਾਂ ਨੂੰ ਇਸ ਗੱਲ ਉੱਤੇ ਇੰਨੀ ਕੁ ਨਾਰਾਜ਼ਗੀ ਹੋਈ। ਮੈਂ 16 ਮਈ ਦੀ ਗੱਲ ਕਰ ਰਿਹਾ ਤੇ 3 ਦਿਨ ਨਹੀਂ ਟੱਪਣ ਦਿੱਤੇ। 3 ਦਿਨਾਂ ਬਾਅਦ ਵਿੱਚ ਸੈਟਰਡੇ ਸੰਡੇ ਆ ਗਿਆ, ਸ਼ਨੀਚਰ ਐਤਵਾਰ ਤੇ ਸੋਮਵਾਰ 22 ਮਈ ਨੂੰ ਉਹਨਾਂ ਨੇ ਇਸ ਅਧਿਕਾਰੀ ਦੀ ਬਦਲੀ ਕਰਤੀ ਕਿ ਤੇਰਾ ਇਸ ਤਰ੍ਹਾਂ ਦਾ ਬਿਹੇਵੀਅਰ ਬਰਦਾਸ਼ਤ ਨਹੀਂ ਕੀਤਾ ਜਾਊਗਾ, ਜੇ ਤੂੰ ਸਾਡੇ MLA ਦੇ ਨਾਲ ਇਸ ਤਰ੍ਹਾਂ ਕਰੂਗਾ। 22 ਮਈ ਸੋਮਵਾਰ ਨੂੰ ਸਵੇਰੇ 11:42 ਤੇ ਇਸ ਅਧਿਕਾਰੀ ਦੀ ਬਦਲੀ ਕਰ ਦਿੱਤੀ ਜਾਂਦੀ ਹੈ NRI ਅਫੇਅਰਸ ਦੇ ਵਿੱਚ। ਪਹਿਲਾ ਝਟਕਾ ਤਾਂ ਇਸ ਅਧਿਕਾਰੀ ਨੂੰ ਉਦੋਂ ਲੱਗਦਾ ਤੇ ਫਿਰ ਨਾਲ ਦੀ ਨਾਲ ਕੁਲਤਾਰ ਸਿੰਘ ਸੰਧਵਾ ਜਿਹੜੇ ਹਜੇ ਤੱਕ ਆਪਸ ਦੇ ਵਿੱਚ ਸੁਲਹ ਸਫਾਈ ਕਰਾਉਣਾ ਚਾਹੁੰਦੇ ਸੀ, ਉਹ ਇਹ ਮਾਮਲਾ ਵਿਧਾਨ ਸਭਾ ਦੀ ਪ੍ਰਿਵਿਲੇਜ ਕਮੇਟੀ ਨੂੰ ਦੇ ਦਿੰਦੇ ਆ ਕਿ ਤੂੰ ਇੱਕ ਵਿਧਾਇਕ ਦੀ ਇਨਸਲਟ ਕੀਤੀ ਹੈ ਤੇ ਆ ਕੇ ਆਪਣਾ ਜਵਾਬ ਦੇ। 25 ਜੁਲਾਈ ਯਾਨੀ ਕਿ ਬੀਤੇ ਕੱਲ ਉਹਨਾਂ ਨੂੰ ਬੁਲਾ ਲਿਆ ਜਾਂਦਾ ਤੇ ਉਹ ਪੇਸ਼ ਹੁੰਦੇ ਨੇ। ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਦਲੀਪ ਕੁਮਾਰ ਜਿਹੜੇ ਹਜੇ ਤੱਕ ਕਹਿੰਦੇ ਸੀ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ, ਮੇਰਾ ਤਾਂ ਕੋਈ ਕਸੂਰ ਹੀ ਨਹੀਂ, ਉਹਨਾਂ ਨੂੰ 1 ਘੰਟਾ ਵਿਧਾਨ ਸਭਾ ਦੀ ਕਮੇਟੀ ਨੇ ਬਾਹਰ ਬਿਠਾਇਆ। ਬਾਹਰ ਬਿਠਾ ਕੇ ਉਹਨਾਂ ਨੂੰ ਘੱਟੋ ਘੱਟ ਇਹ ਤਸੱਲੀ ਕਰਵਾਈ, ਉਹਨਾਂ ਨੂੰ ਦੱਸਿਆ ਗਿਆ ਕਿ ਸੁਪਰੀਮ ਕੌਣ ਹੁੰਦਾ, ਇੱਕ ਅਫਸਰ ਨਹੀਂ ਹੁੰਦਾ, ਇੱਕ ਚੁਣਿਆ ਹੋਇਆ ਵਿਧਾਇਕ ਹੁੰਦਾ। ਫਿਰ ਅੰਦਰ ਬੁਲਾਇਆ ਗਿਆ, ਅੰਦਰ ਜਾ ਕੇ ਬਿਲਕੁਲ ਹੀ ਪਲਟ ਗਏ, ਕਹਿੰਦੇ ਜੀ ਮੈਨੂੰ ਪਤਾ ਨਹੀਂ ਲੱਗਾ ਤੇ ਮੈਂ ਤਾਂ ਵਿਧਾਇਕ ਤੋਂ ਮਾਫੀ ਮੰਗਣ ਨੂੰ ਵੀ ਤਿਆਰ ਹਾਂ। ਦੂਸਰੀ ਗੱਲ ਜਿਹੜਾ ਉਹਨਾਂ ਨੇ ਦਲੀਪ ਕੁਮਾਰ ਨੇ ਆਪਣੇ ਹੱਕ ਦੇ ਵਿੱਚ ਕਹੀ ਜਾਂ ਆਪਣੀ ਡਿਫੈਂਸ ਦੇ ਵਿੱਚ ਕਹੀ ਜਾਂ ਆਪਣੇ ਆਪ ਨੂੰ ਡਿਫੈਂਡ ਕੀਤਾ, ਉਹ ਕਹਿੰਦੇ ਦੇਖੋ ਜੀ ਮੈਨੂੰ ਤਾਂ ਪੰਜਾਬੀ ਨਹੀਂ ਆਉਂਦੀ। ਵੈਸੇ ਇਹ ਆਪਣੇ ਆਪ ਦੇ ਵਿੱਚ ਵੀ ਕੋਈ ਤਰਕ ਵਾਲੀ ਗੱਲ ਨਹੀਂ ਲੱਗਦੀ। ਜੇ ਇੱਕ ਅਧਿਕਾਰੀ ਜਿਹਦੀ 28 ਸਾਲ ਦੀ ਸਰਵਿਸ ਹੋ ਗਈ ਹੋਵੇ, ਇਹ ਛੱਪੜਾ ਤੋਂ ਆਉਂਦੇ ਨੇ, ਬਿਹਾਰ ਤੋਂ ਆਉਂਦੇ ਨੇ, ਠੀਕ ਆ, ਇਹਨਾਂ ਦੀ ਪੇਰੈਂਟ ਸਟੇਟ ਕੋਈ ਵੀ ਹੋ ਸਕਦੀ ਆ, ਪਰ ਜਿੱਦਾਂ ਹੀ ਅਧਿਕਾਰੀ IAS ਅਫਸਰ ਬਣਦਾ ਔਰ ਪੰਜਾਬ ਕੈਡਰ ਨੂੰ ਮਿਲਦਾ, ਔਰ ਵੈਸੇ ਪੰਜਾਬ ਕੈਡਰ ਲਈ ਵੀ ਤੁਹਾਨੂੰ ਪਤਾ ਕਿੰਨੀ ਹੋੜ ਲੱਗੀ ਰਹਿੰਦੀ ਹੈ, ਇਸ ਬਾਰੇ ਵੀ ਮੈਂ ਤੁਹਾਨੂੰ ਕਿਸੇ ਦਿਨ ਦੱਸੂਗਾ ਕਿ ਜਦੋਂ ਇਹ ਜਿਹੜੇ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਜਿਹੜੇ ਲੋਕ ਆ ਪੰਜਾਬ ਕੈਡਰ ਲੈਣ ਲਈ ਕਿੰਨੇ ਕਾਹਲੇ ਰਹਿੰਦੇ ਨੇ, ਕਿੰਨੀ ਇਹਨਾਂ ਦੇ ਵਿੱਚ ਜ਼ਿੱਦੋ-ਜਹਿਦ ਹੁੰਦੀ ਆ। ਖੈਰ, ਕਹਿੰਦੇ ਮੈਨੂੰ ਪੰਜਾਬੀ ਨਹੀਂ ਸੀ ਆਉਂਦੀ, ਸ਼ਾਇਦ ਕਹਿੰਦੇ ਇਸ ਕਰਕੇ ਮੇਰੇ ਤੋਂ ਗਲਤੀ ਹੋ ਗਈ ਹੋਵੇ। ਇਹ ਆਪਣੇ ਆਪ ਦੇ ਵਿੱਚ ਗੱਲ ਕੋਈ ਤਰਕ ਸੰਗਤ ਨਹੀਂ ਲੱਗਦੀ ਤੇ ਨਾ ਹੀ ਇਸ ਤੇ ਯਕੀਨ ਆਉਂਦਾ। ਤੇ ਵੈਸੇ ਵੀ ਜੇ ਕਿਸੇ ਨੂੰ ਭਾਸ਼ਾ ਨਹੀਂ ਆਉਂਦੀ ਤੇ ਕੀ ਕੋਈ ਕਿਸੇ ਦੀ ਇਨਸਲਟ ਕਰ ਦੂਗਾ?
ਅਸੀਂ ਦੁਨੀਆ ਭਰ ਦੇ ਵਿੱਚ ਘੁੰਮਦੇ ਫਿਰਦੇ ਹਾਂ, ਬਥੇਰੀਆਂ ਭਾਸ਼ਾ ਸਾਨੂੰ ਨਹੀਂ ਆਉਂਦੀਆਂ, ਜਾਂ ਆਪਣੇ ਇੰਡੀਆ ਦੇ ਕਿਸੇ ਹਿੱਸੇ ਵਿੱਚ ਅਸੀਂ ਚਲੇ ਜਾਈਏ ਤਾਂ ਬਹੁਤ ਸਾਰੀਆਂ ਭਾਸ਼ਾਵਾਂ ਸਾਨੂੰ ਨਹੀਂ ਆਉਂਦੀਆਂ, ਤੇ ਕੀ ਅਸੀਂ ਕਿਸੇ ਦੀ ਬੇਇੱਜ਼ਤੀ ਕਰਨ ਲੱਗ ਜਾਂਦੇ ਹਾਂ? ਤੇ ਜੇ ਇਸ ਅਧਿਕਾਰੀ ਨੂੰ ਨਹੀਂ ਆਉਂਦੀ ਤੇ ਇਸ ਨੂੰ ਇਸ ਅਹੁਦੇ ਤੋਂ ਵੀ ਲਾ ਕੇ ਪਹਿਲਾਂ ਇਹਨੂੰ ਪੰਜਾਬੀ ਸਿਖਾਈ ਜਾਵੇ, ਫਿਰ ਇਹਨੂੰ ਦੱਸਿਆ ਜਾਵੇ ਕਿ ਪੰਜਾਬ ਦਾ ਕਲਚਰ ਕੀ ਹੈ, ਪੰਜਾਬ ਦੇ ਵਿੱਚ ਬਿਹੇਵ ਕਿਸ ਤਰ੍ਹਾਂ ਕਰਨਾ। ਆਖਿਰਕਾਰ 1 ਤੋਂ 1.5 ਘੰਟਾ ਇਸ ਵਿਧਾਨ ਸਭਾ ਦੀ ਪ੍ਰਿਵਿਲੇਜ ਕਮੇਟੀ ਨੇ ਇਸ ਦਲੀਪ ਕੁਮਾਰ ਨੂੰ ਬਿਠਾ ਕੇ ਰੱਖਿਆ। ਇਸ ਵਿਧਾਨ ਸਭਾ ਦੀ ਕਮੇਟੀ ਨੂੰ, ਜਿਹੜੀ ਕਿ 11 ਮੈਂਬਰੀ ਹੁੰਦੀ ਹੈ ਪ੍ਰਿਵਿਲੇਜ ਕਮੇਟੀ, ਮੈਂ ਇਹ ਵੀ ਦੱਸਦਾ ਕਿ ਇਹਨੂੰ ਕੁਲਵੰਤ ਸਿੰਘ ਪੰਡੋਰੀ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ, ਉਹ ਇਸ ਦੀ ਨੁਮਾਇੰਦਗੀ ਕਰਦੇ ਨੇ, ਉਹਨਾਂ ਦੇ ਅਧੀਨ ਇਹ ਕਮੇਟੀ ਬਣੀ ਆ। ਤੇ ਆਖਿਰਕਾਰ ਇਸ ਕਮੇਟੀ ਨੇ ਦਲੀਪ ਕੁਮਾਰ ਨੂੰ ਇਹ ਕਿਹਾ ਕਿ ਤੂੰ ਜਾ ਕੇ ਗੁਰਪ੍ਰੀਤ ਗੋਗੀ ਨੂੰ ਉਹਨਾਂ ਤੋਂ ਮਾਫੀ ਮੰਗ ਜਾਂ ਉਹਨਾਂ ਦੀ ਤਸੱਲੀ ਕਰਾ, ਉਹਨਾਂ ਨੂੰ ਸੈਟੀਸਫਾਈ ਕਰਾ। ਜਿੰਨੀ ਦੇਰ ਤੱਕ ਉਹ ਸੈਟੀਸਫਾਈ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਤੈਨੂੰ ਮਾਫ ਨਹੀਂ ਕਰਨਾ। ਹੁਣ ਦੇਖਦੇ ਆ ਕਿ ਦਲੀਪ ਕੁਮਾਰ ਕਦੋਂ ਗੁਰਪ੍ਰੀਤ ਗੋਗੀ ਨੂੰ ਅਪਰੋਚ ਕਰਦੇ ਨੇ, ਕਦੋਂ ਉਹਨਾਂ ਤੋਂ ਮਾਫੀ ਮੰਗਦੇ ਨੇ, ਜਾਂ ਕਦੋਂ ਗੁਰਪ੍ਰੀਤ ਗੋਗੀ ਉਹਨਾਂ ਨੂੰ ਮਾਫ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਸਤੰਬਰ ਸਨ 2022 ਇਹ ਜਾਂਦੇ ਨੇ ਮੱਧ ਪ੍ਰਦੇਸ਼, ਤੇ ਮੱਧ ਪ੍ਰਦੇਸ਼ ਦਾ ਇੱਕ ਕੂਨੂ ਨੈਸ਼ਨਲ ਪਾਰਕ ਆ, ਉੱਥੇ ਜਾ ਕੇ ਇਹ ਚੀਤੇ ਛੱਡਦੇ ਨੇ। ਚੀਤੇ ਜਿਹੜੇ ਨਾਮੀਬੀਆ ਇੱਕ ਅਫਰੀਕਨ ਮੁਲਕ ਤੋਂ ਲੈ ਕੇ ਆਉਂਦੇ ਹੁੰਦੇ ਆ। ਕਹਿੰਦੇ ਕਿਉਂਕਿ ਚੀਤੇ ਭਾਰਤ ਦੇ ਵਿੱਚ 1952 ਤੋਂ ਬਾਅਦ ਅਲੋਪ ਹੋ ਗਏ ਨੇ, ਵਿਲੁਪਤ ਹੋ ਗਏ ਨੇ, ਐਕਸਟਿੰਕਟ ਹੋ ਗਏ ਨੇ, ਇਸ ਕਰਕੇ ਅੱਜ ਤੱਕ ਤਾਂ ਕਿਸੇ ਨੇ ਧਿਆਨ ਨਹੀਂ ਦਿੱਤਾ। ਮੈਂ ਇਸ 'ਤੇ ਧਿਆਨ ਦਊਂਗਾ ਤੇ ਇਸ ਕਰਕੇ ਮੈਂ ਚੀਤਿਆਂ ਨੂੰ ਇੱਥੇ ਵਸਾ ਕੇ ਦਿਖਾਊਂਗਾ। ਲੋਕਾਂ ਨੂੰ ਇਹ ਗੱਲ ਬਹੁਤ ਵਧੀਆ ਲੱਗੀ ਕਿ ਚਲੋ ਭਾਰਤ ਦੇ ਪ੍ਰਧਾਨ ਮੰਤਰੀ ਵਾਈਲਡ ਲਾਈਫ ਜਾਂ ਫੋਰੈਸਟ ਜਾਂ এনवायरमेंट ਵੱਲ ਧਿਆਨ ਦੇ ਰਹੇ ਨੇ। ਤੇ ਉਸ ਤੋਂ ਬਾਅਦ 12 ਚੀਤੇ ਹੋਰ ਲਿਆਂਦੇ ਗਏ, ਉਹ ਸਾਊਥ ਅਫਰੀਕਾ ਤੋਂ ਲੈ ਕੇ ਆਂਦੇ ਗਏ, ਉਹਨਾਂ ਨੂੰ ਵੀ ਇੱਥੇ ਛੱਡਿਆ। ਪਰ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਚੋਂ 8 ਚੀਤੇ ਮਾਰੇ ਗਏ। 5 ਅਡਲਟ ਚੀਤੇ ਸੀ ਤੇ 3 ਇਹਨਾਂ ਦੇ ਬੱਚੇ, ਜਿਨ੍ਹਾਂ ਨੂੰ ਅਸੀਂ ਕਬਜ਼ ਕਹਿ ਦਿੰਦੇ ਆ, ਉਹਨਾਂ ਦੀ ਮੌਤ ਹੋ ਗਈ। ਤੇ ਫਿਰ ਹਲਚਲ ਪੈਦਾ ਹੋ ਗਈ ਕਿ ਭਾਰਤ ਦਾ এনवायरमेंट ਇਹਨਾਂ ਲਈ ਠੀਕ ਆ, ਕਿ ਸਾਡਾ ਜਿਹੜਾ ਮੋਇਸਚਰ ਆ ਉਹ ਇਹਨਾਂ ਦੀ ਸਕਿਨ ਲਈ ਠੀਕ ਆ। ਬਹੁਤ ਸਾਰੇ ਤਰਕ ਦਿੱਤੇ ਗਏ। ਕੋਈ ਕਹਿੰਦੇ ਇਨਫੈਕਸ਼ਨ ਹੋ ਗਈ। ਇੱਥੋਂ ਤੱਕ ਵੀ ਗੱਲ ਆਈ ਕਿ ਜਿਹੜਾ ਰੇਡੀਓ ਕਾਲਰ ਉਹ ਚੀਤਿਆਂ ਦੇ ਗਰਦਨ ਤੇ ਪਾਇਆ ਜਾਂਦਾ। ਰੇਡੀਓ ਕਾਲਰ ਮੈਂ ਦੱਸਦਾ, ਸਾਡੇ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ, ਉਹ ਹੁੰਦਾ ਜਿਹਦੇ ਨਾਲ ਚੀਤਿਆਂ ਦੀ ਅਸੀਂ ਦੇਖਦੇ ਹਾਂ ਕਿ ਉਹ ਕਿੱਥੇ ਤੱਕ ਜਾਂਦੇ ਆ, ਉਹਨਾਂ ਦੀ ਡਿਟੈਕਸ਼ਨ ਕੀਤੀ ਜਾਂਦੀ ਆ ਕਿ ਉਹ ਕਿਸ ਰੇਂਜ 'ਚ ਫਿਰਦੇ ਨੇ, ਕਿੱਥੇ ਫਿਰਦੇ ਨੇ, ਉਹਨਾਂ ਦਾ ਲਗਾਤਾਰ ਪਿੱਛਾ ਕੀਤਾ ਜਾ ਸਕਦਾ ਉਸ ਰੇਡੀਓ ਕਾਲਰ ਦੇ ਰਾਹੀਂ। ਸੋ ਇਹ ਕੀ ਉਸ ਕਰਕੇ ਇਨਫੈਕਸ਼ਨ ਆ ਕਿਉਂਕਿ ਹੁਣ 6 ਚੀਤਿਆਂ ਦੇ ਰੇਡੀਓ ਕਾਲਰ ਲਾ ਵੀ ਦਿੱਤੇ ਆ। ਦੂਸਰੇ ਪਾਸੇ ਜਿਹੜੇ ਅਸ਼ਵਨੀ ਚੌਧਰੀ ਨੇ, ਇਹ ਮਿਨਿਸਟਰ ਆਫ ਸਟੇਟ ਨੇ এনवायरमेंट ਫੋਰੈਸਟ ਦੇ ਤੇ ਕਲਾਈਮੇਟ ਚੇਂਜ ਦੇ। ਇਹਨਾਂ ਨੇ 20 ਜੁਲਾਈ, ਜਿਹੜਾ ਹੁਣ ਸੈਸ਼ਨ ਚੱਲ ਰਿਹਾ 20 ਜੁਲਾਈ ਨੂੰ ਸ਼ੁਰੂ ਹੋਇਆ, 20 ਜੁਲਾਈ ਨੂੰ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਦੱਸਿਆ, ਕਹਿੰਦੇ ਦਰਅਸਲ ਜਿਹੜੇ ਚੀਤਿਆਂ ਦੀ ਮੌਤ ਹੋਈ ਹੈ ਇਹ ਟਰਾਮਾ ਦੇ ਨਾਲ ਹੋਈ ਹੈ, ਸ਼ੌਕ ਦੇ ਨਾਲ ਹੋਈ ਹੈ, ਕਿਉਂਕਿ ਇਹਨਾਂ ਦਾ ਸਡਨਲੀ এনवायरमेंट ਬਦਲ ਗਿਆ। ਇਹ ਅਫਰੀਕਾ ਤੋਂ ਇੱਥੇ ਲਿਆਂਦੇ ਗਏ ਤੇ ਇਸ ਮਾਹੌਲ ਦੇ ਵਿੱਚ ਜੀ ਨਹੀਂ ਸਕੇ, ਇਸ ਕਰਕੇ ਇਹਨਾਂ ਨੂੰ ਸ਼ੌਕ ਲੱਗਾ, ਇਹਨਾਂ ਨੂੰ ਝਟਕਾ ਲੱਗਾ, ਇਸ ਕਰਕੇ ਮੌਤਾਂ ਹੋ ਗਈਆਂ। ਪਰ ਦੂਸਰੇ ਪਾਸੇ ਜਿਹੜੇ ਐਕਸਪਰਟਸ ਨੇ ਉਹਨਾਂ ਦਾ ਕੁਝ ਹੋਰ ਕਹਿਣਾ। ਉਹ ਕਹਿੰਦੇ ਨੈਚੁਰਲ ਕਾਜ਼ਸ ਨੇ। ਕੁਝ ਲੋਕ ਜਿਹੜੇ ਆ ਉਹ ਇਹ ਵੀ ਕਹਿੰਦੇ ਨੇ ਕਿ ਇਹਨਾਂ ਦੀ ਮਾਲ ਨਰਿਸ਼ਮੈਂਟ, ਯਾਨੀ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਖਾਣਾ ਨਹੀਂ ਇੱਥੇ ਨਸੀਬ ਹੋਇਆ, ਜਾਂ ਇਹਨਾਂ ਨੇ ਉਸ ਹਿਸਾਬ ਦੇ ਨਾਲ ਸ਼ਿਕਾਰ ਨਹੀਂ ਕੀਤਾ। ਇਹਨਾਂ ਦਿਨਾਂ ਦੇ ਵਿੱਚ ਕਾਫੀ ਛੋਟੇ ਛੋਟੇ ਉੱਥੇ ਜੰਗਲੀ ਜਾਨਵਰ ਵੀ ਛੱਡੇ ਗਏ ਸੀ ਤਾਂ ਕਿ ਇਹ ਚੀਤੇ ਉਹਨਾਂ ਨੂੰ ਮਾਰ ਕੇ ਆਪਣਾ ਜਿਹੜਾ ਖਾਣਾ ਜਾਂ ਉਹ ਖਾ ਸਕਣ, ਆਪਣੀ ਖੁਰਾਕ ਪੂਰੀ ਕਰ ਸਕਣ। ਇਹ ਚੀਜ਼ਾਂ ਵੀ ਆਈਆਂ ਤੇ ਹੁਣ ਇਸ ਸਾਰੇ ਮਸਲੇ ਤੇ ਕਾਫੀ ਵਿਵਾਦ ਖੜਾ ਹੋ ਗਿਆ ਕਿਉਂਕਿ ਇਸ ਉੱਤੇ ਪ੍ਰਧਾਨ ਮੰਤਰੀ ਨੇ ਇੱਕ ਗੱਲ ਜ਼ਰੂਰ ਕਹੀ ਸੀ। ਕਹਿੰਦੇ ਦੇਖੋ ਜੀ, ਪਿਛਲੇ 7 ਦਹਾਕਿਆਂ ਦੇ ਵਿੱਚ ਕਿਸੇ ਵੀ ਭਾਰਤ ਸਰਕਾਰ ਨੇ ਚੀਤਿਆਂ ਤੇ ਕੰਮ ਨਹੀਂ ਕੀਤਾ ਤੇ ਮੈਂ ਕੀਤਾ, ਪਰ ਹੁਣ ਜਿਸ ਤਰ੍ਹਾਂ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਉਸ ਉੱਤੇ ਸਵਾਲ ਚਿੰਨ੍ਹ ਲੱਗ ਗਿਆ ਕਿ ਕੀ ਪ੍ਰਧਾਨ ਮੰਤਰੀ ਦਾ ਇਹ ਫੈਸਲਾ ਚੀਤਿਆਂ ਨੂੰ ਇੱਥੇ ਵਸਾਉਣਾ, ਜਿਹੜੇ 1952 ਦੇ ਵਿੱਚ ਐਕਸਟਿੰਕਟ ਹੋ ਗਏ ਸੀ, ਅਲੋਪ ਹੋ ਗਏ ਸੀ, ਕੀ ਉਹ ਠੀਕ ਡਿਸੀਜਨ ਸੀ? ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਪਾਰਲੀਮੈਂਟ ਦੇ ਵਿੱਚ ਤਾਂ ਗਏ ਨਹੀਂ, ਪਰ ਉਹਨਾਂ ਨੇ ਆਪਣੀ ਪਾਰਟੀ ਦੀ ਪਾਰਲੀਮੈਂਟਰੀ ਮੀਟਿੰਗ ਰੱਖ ਲਈ ਜਿੱਥੇ ਇਹਨਾਂ ਦੇ ਸਾਰੇ ਮੈਂਬਰ ਪਾਰਲੀਮੈਂਟ ਆਏ। ਲੱਗਦਾ ਸੀ ਕਿ ਉਹਨਾਂ ਨੂੰ ਕੋਈ ਨਸੀਹਤ ਦੇਣਗੇ, ਉਹਨਾਂ ਨੂੰ ਕੋਈ ਨਵੀਂ ਸਲਾਹ ਦੇਣਗੇ, ਉਹਨਾਂ ਨੂੰ ਉਤਸ਼ਾਹ ਦੇਣਗੇ ਕਿ ਤੁਸੀਂ ਡਰੋ ਨਾ, ਕੋਈ ਗੱਲ ਨਹੀਂ, ਅਸੀਂ ਪਿਛਲੇ ਦਿਨਾਂ ਦੇ ਵਿੱਚ ਕੁਝ ਚੋਣਾਂ ਹਾਰੀਆਂ ਨੇ ਪਰ ਅਸੀਂ ਅੱਜ ਵੀ ਬਹੁਤ ਮਜ਼ਬੂਤ ਹਾਂ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ
ਆਪਣਾ ਸਾਰੇ ਦਾ ਸਾਰਾ ਗੁੱਸਾ ਵਿਰੋਧੀ ਪਾਰਟੀਆਂ ਤੇ ਕੱਢਤਾ। ਵਿਰੋਧੀ ਪਾਰਟੀਆਂ ਨੇ ਜਿਹੜਾ ਨਵਾਂ ਆਪਣਾ ਅਲਾਇੰਸ ਬਣਾਇਆ, ਖਾਸ ਤੌਰ ਤੇ ਜਿਹੜਾ ਨਾਂ ਰੱਖਿਆ ਉਹਨਾਂ ਨੇ ਇੰਡੀਆ, ਇਸ ਗੱਲ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਬਹੁਤ ਵਿਚਲਿਤ ਹੋਈ ਆ। ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਸ ਦੀ ਕਾਟ ਕੀ ਆ। ਜਦੋਂ ਹੀ ਇੰਡੀਆ ਦਾ ਨਾਮ ਲੈਂਦੇ ਨੇ ਉਦੋਂ ਹੀ ਲੱਗਦਾ ਕਿ ਉਹ ਇੰਡੀਆ ਨੂੰ ਕੁਝ ਕਹਿ ਰਹੇ ਆ, ਹਾਲਾਂਕਿ ਕਹਿ ਤਾਂ ਉਹ ਅਲਾਇੰਸ ਬਾਰੇ ਰਹੇ ਹੁੰਦੇ ਆ। ਹੁਣ ਕੱਲ ਤਾਂ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ ਹੱਦ ਹੀ ਕਰਤੀ। ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ, ਕਹਿੰਦੇ ਇਹ ਇੰਡੀਆ ਕੁਝ ਨਹੀਂ, ਇਹ ਤਾਂ ਇੰਡੀਅਨ ਮੁਜਾਹਿਦੀਨ ਆ। ਵੈਸੇ ਮੈਂ ਤੁਹਾਨੂੰ ਦੱਸਦਾ ਕਿ ਇੰਡੀਅਨ ਮੁਜਾਹਿਦੀਨ ਨੂੰ 4 ਜਨਵਰੀ ਸਨ 2010 ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀ, ਕਿਉਂਕਿ ਇਸ ਨੂੰ ਕਿਹਾ ਗਿਆ ਸੀ ਇਹ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਆ, ਅੱਤਵਾਦੀ ਸੰਸਥਾ। ਚਲੋ ਠੀਕ ਆ। ਇਸੇ ਤਰ੍ਹਾਂ ਪੋਪੂਲਰ ਫਰੰਟ ਆਫ ਇੰਡੀਆ PFI ਕਹਿ ਦਿੰਦੇ ਆ, ਇਸ ਉੱਤੇ ਵੀ 28 ਸਤੰਬਰ ਸਨ 2022 ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਸੀ, ਸ਼ੱਕੀ ਸੀ, ਇਸ ਉੱਤੇ ਵੀ ਬੈਨ ਲਾ ਦਿੱਤਾ ਗਿਆ ਸੀ। ਯਾਨੀ ਕਿ ਆਪੋਜੀਸ਼ਨ ਪਾਰਟੀਆਂ ਨੂੰ ਇੱਕ ਤਰ੍ਹਾਂ ਦਾ ਜੇ ਕਿਹਾ ਜਾਵੇ ਤਾਂ ਲਗਭਗ ਅੱਤਵਾਦੀਆਂ ਦੇ ਨਾਲ ਇਹਨਾਂ ਦੀ ਤੁਲਨਾ ਕਰ ਦਿੱਤੀ ਗਈ ਜਾਂ ਇਹਨਾਂ ਦਾ ਕੰਪੈਰੀਜ਼ਨ ਕਰ ਦਿੱਤਾ ਗਿਆ। ਕੰਮ ਇੱਥੇ ਨਹੀਂ ਖੜਾ। ਇੱਥੋਂ ਤੱਕ ਕਿ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ, ਕਹਿੰਦੇ ਇਹ ਤਾਂ ਉਹ ਕਾਂਗਰਸ ਆ ਜਿਹਨੇ ਅੰਗਰੇਜ਼ਾਂ ਨੇ ਬਣਾਈ ਸੀ, ਇਹ ਤਾਂ ਇੱਕ ਅੰਗਰੇਜ਼ ਜਾਂ ਇੱਕ ਫੋਰਨਰ, ਇੱਕ ਵਿਦੇਸ਼ੀ ਨੇ ਬਣਾਈ ਸੀ। ਜਿਸ ਤਰ੍ਹਾਂ ਕਹਿੰਦੇ ਈਸਟ ਇੰਡੀਆ ਕੰਪਨੀ ਆ। ਵੈਸੇ ਈਸਟ ਇੰਡੀਆ ਕੰਪਨੀ 1600 ਚ ਬਣੀ ਸੀ, 1600 ਚ ਪੂਰੇ, ਔਰ ਲਗਭਗ ਤੁਸੀਂ ਦੇਖੋ ਅੱਜ ਇਸ ਨੂੰ 422 ਸਾਲ ਹੋ ਗਿਆ। ਤੇ ਮੈਨੂੰ ਇਹ ਵੀ ਯਾਦ ਆ 1612 ਈਸਵੀ ਦੇ ਵਿੱਚ ਜਦੋਂ ਗੁਜਰਾਤ ਦੇ ਵਿੱਚ ਸੂਰਤ ਦੇ ਵਿੱਚ ਇਹਨਾਂ ਨੇ ਪੈਰ ਟਿਕਾਏ ਸੀ ਪਹਿਲੀ ਵਾਰੀ, ਉਦੋਂ ਉੱਥੇ ਜਹਾਂਗੀਰ, ਮੁਗਲ ਐਂਪਰਰ ਜਿਹਨੂੰ ਜਹਾਂਗੀਰ ਆਪਾਂ ਜਾਣਦੇ ਆ, ਉਦੋਂ ਉਹ ਸੀ ਤੇ ਸੂਰਤ ਦੇ ਵਿੱਚ ਜਗ੍ਹਾ ਦਿੱਤੀ ਸੀ ਕਿ ਇੱਥੇ ਤੁਸੀਂ ਫੈਕਟਰੀ ਲਾ ਲਓ। ਐਨੀਵੇ ਉਹ ਇੱਕ ਅਲੱਗ ਗੱਲ ਆ। ਬਹਿਰਹਾਲ ਜਿਹੜੀ ਗੱਲ ਅਸਲੀ ਆ ਉਹ ਇਹ ਆ ਕਿ ਜਦੋਂ ਤੁਸੀਂ ਈਸਟ ਇੰਡੀਆ ਕੰਪਨੀ ਇਹਨੂੰ ਕਹਿੰਦੇ ਹੋ, ਇੰਡੀਅਨ ਨੈਸ਼ਨਲ ਕਾਂਗਰਸ ਨੂੰ, ਤੇ ਫਿਰ ਤੁਹਾਨੂੰ ਯਾਦ ਕਰਨਾ ਪਊਗਾ ਮਹਾਤਮਾ ਗਾਂਧੀ ਨੂੰ ਵੀ, ਫਿਰ ਤੁਹਾਨੂੰ ਯਾਦ ਕਰਨਾ ਪਊਗਾ ਲਾਲ ਬਹਾਦਰ ਸ਼ਾਸਤਰੀ ਨੂੰ ਵੀ, ਵੱਲਭ ਭਾਈ ਪਟੇਲ ਨੂੰ ਵੀ, ਲਾਲਾ ਲਾਜਪਤ ਰਾਏ ਨੂੰ ਵੀ, ਇਸੇ ਤਰ੍ਹਾਂ ਜਿੰਨੇ ਹੋਰ ਨੈਸ਼ਨਲ ਲੈਵਲ ਦੇ ਸੁਭਾਸ਼ ਚੰਦਰ ਬੋਸ ਨੇ ਉਹਨਾਂ ਨੂੰ ਵੀ ਤੁਹਾਨੂੰ ਯਾਦ ਕਰਨਾ ਪਊਗਾ। ਇਹ ਸਾਰੇ ਕਾਂਗਰਸ ਦਾ ਹਿੱਸਾ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ ਹੈ। ਤੇ ਵੱਲਭ ਭਾਈ ਪਟੇਲ ਨੂੰ ਤਾਂ ਭਾਰਤੀ ਜਨਤਾ ਪਾਰਟੀ ਆਪ ਬਹੁਤ ਮੰਨਦੀ ਹੈ। ਉਹਨਾਂ ਦੀ ਐਡੀ ਵੱਡੀ ਮੂਰਤੀ ਜਿਹੜੀ ਆ ਉਹ ਇਹਨਾਂ ਨੇ ਗੁਜਰਾਤ ਦੇ ਵਿੱਚ ਸਥਾਪਿਤ ਕੀਤੀ ਆ, ਤੇ ਹਮੇਸ਼ਾ ਉਹਨਾਂ ਦੀ ਅਪਰੋਪਰੀਏਸ਼ਨ ਦੇ ਵਿੱਚ, ਯਾਨੀ ਕਿ ਉਹਨਾਂ ਨੂੰ ਅਪਣਾਉਣ ਦੇ ਵਿੱਚ ਲੱਗੀ ਰਹਿੰਦੀ ਆ। ਇਹਨਾਂ ਨੂੰ ਲੱਗਦਾ ਇਹ ਕਾਂਗਰਸ ਦੇ ਕੱਟ ਸਾਡੇ ਜ਼ਿਆਦਾ, ਤੇ ਪਟੇਲ ਹੈ ਕਿਹਦੇ ਸੀ? ਉਹ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਹੀ ਸੀ। ਮਹਾਤਮਾ ਗਾਂਧੀ ਜਿਨ੍ਹਾਂ ਉੱਤੇ ਫੁੱਲ ਚੜਾਉਂਦੇ ਆ ਉਹ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਸੀ। ਇਹ ਸਾਰੇ ਦੇ ਸਾਰੇ ਉਹਨਾਂ ਦੇ ਨਾਲ ਜੁੜੇ ਸੀ। ਤੇ ਆਪਾਂ ਨੂੰ ਇਹ ਵੀ ਪਤਾ ਕਿ ਨਾ ਤਾਂ RSS ਦੀ ਤੇ ਨਾ BJP ਦੀ ਈਸਟ ਇੰਡੀਆ ਕੰਪਨੀ ਹੋਵੇ ਤੇ ਜਾਂ ਉਸ ਟਾਈਮ ਦਾ ਬ੍ਰਿਟਿਸ਼ ਰੂਲ ਹੋਵੇ, ਇਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਭੂਮਿਕਾ ਰਹੀ ਆ ਇਹਨਾਂ ਦਾ ਵਿਰੋਧ ਕਰਨ ਦੇ ਵਿੱਚ। ਇਹ ਵੀ ਆ। ਸੋ ਇੱਥੇ ਆ ਕੇ ਕਿਤੇ ਨਾ ਕਿਤੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਦਾ ਭਾਸ਼ਣ ਜਿਹੜਾ ਉਹ ਇਸ ਟਾਈਮ ਆਲੋਚਨਾਵਾਂ ਦਾ ਵਿਸ਼ਾ ਬਣ ਗਿਆ। ਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਉੱਥੇ ਆਪਣਾ ਬਿਆਨ ਨਹੀਂ ਦੇ ਰਹੇ, ਆਪਣੀ ਸਟੇਟਮੈਂਟ ਨਹੀਂ ਦੇ ਰਹੇ, ਇਸ ਗੱਲ ਤੋਂ ਵੀ ਬੜੀ ਹੈਰਾਨੀ ਹੋ ਰਹੀ ਹੈ। ਹੁਣ ਆਪਸ ਦੇ ਵਿੱਚ ਇਹਨਾਂ ਦਾ ਮਤਭੇਦ ਕੀ ਆ? ਸਰਕਾਰ ਚਾਹੁੰਦੀ ਆ ਕਿ ਪਾਰਲੀਮੈਂਟ ਦੇ ਵਿੱਚ, ਚਾਹੇ ਲੋਕ ਸਭਾ ਚਾਹੇ ਰਾਜ ਸਭਾ ਦੇ ਵਿੱਚ, ਜਿਹੜਾ ਰੂਲ ਨੰਬਰ 176 ਆ 176 ਉਹਦੇ ਅਧੀਨ ਬਹਿਸ ਹੋਵੇ। ਵੈਸੇ ਮੈਂ ਦੱਸ ਦਿੰਦਾ ਕਿਉਂ ਚਾਹੁੰਦੀ ਆ ਸਰਕਾਰ। ਉਹ ਬਹਿਸ ਜਿਹੜੀ ਹੁੰਦੀ ਆ ਉਹ ਵੱਧ ਤੋਂ ਵੱਧ ਅੱਧਾ ਘੰਟਾ ਤੇ ਜੇ ਵੱਧ ਤੋਂ ਵੱਧ ਲਾ ਲਓ ਮੁਸ਼ਕਿਲ ਨਾਲ 2-2.5 ਘੰਟੇ ਚੱਲਦੀ ਆ। ਪਰ ਜਿਹੜੀ ਵਿਰੋਧੀ ਪਾਰਟੀਆਂ ਨੇ, ਜਿਹੜੀਆਂ ਵਿਰੋਧੀ ਪਾਰਟੀਆਂ ਉਹ ਚਾਹੁੰਦੀਆਂ ਕਿ ਰੂਲ 267 ਦੇ ਅਧੀਨ ਜਿਹੜੀ ਬਹਿਸ ਕਰਵਾਈ ਜਾਵੇ। ਇਸ ਉੱਤੇ ਸਾਰਾ ਰੇੜਕਾ ਬਣਿਆ ਹੋਇਆ। ਇਸ ਉੱਤੇ ਹੀ ਜਿਹੜਾ ਪੈਂਡਮੋਨੀਅਨ ਲੌਗ ਜੈਮ ਜਾਂ ਆਪਸ ਦੇ ਵਿੱਚ ਲਗਾਤਾਰ ਵਿਰੋਧ ਚੱਲ ਰਿਹਾ। ਬਾਰ-ਬਾਰ 27 ਤੋਂ ਲੈ ਕੇ 30 ਨੋਟਿਸਿਸ ਦਿੱਤੇ ਜਾ ਚੁੱਕੇ ਨੇ ਲੋਕ ਸਭਾ ਦੇ ਸਪੀਕਰ ਨੂੰ ਵੀ ਤੇ ਇਸੇ ਤਰ੍ਹਾਂ ਰਾਜ ਸਭਾ ਦੇ ਚੇਅਰਮੈਨ ਨੂੰ, ਪਰ ਮੰਨਿਆ ਹੀ ਨਹੀਂ ਜਾ ਰਿਹਾ। ਵੈਸੇ ਮੈਂ ਇਹ ਵੀ ਦੱਸਦਾ, ਡੈਰਿਕ ਓਬਰਾਇਨ ਨੇ, ਇਹ ਤ੍ਰਿਣਮੂਲ ਕਾਂਗਰਸ ਪਾਰਟੀ ਦੇ MP ਨੇ, ਇਹਨਾਂ ਦੀ ਗੱਲ ਨਾਲ ਜਗਦੀਪ ਧਨਕਰ ਜਿਹੜੇ ਅੱਜ ਕੱਲ੍ਹ ਵਾਈਸ ਪ੍ਰੈਜ਼ੀਡੈਂਟ ਨੇ ਤੇ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਉਹ ਰਾਜ ਸਭਾ ਦੇ ਚੇਅਰਮੈਨ ਵੀ ਨੇ, ਉਹ ਕਹਿੰਦੇ ਮੈਂ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਹਾਂ ਕਿ ਰੂਲ 267 ਦੇ ਵਿੱਚ ਇਹ ਬਹਿਸ ਹੋਣੀ ਚਾਹੀਦੀ ਹੈ, ਪਰ ਨਹੀਂ, ਅਸੀਂ 176 ਦੇ ਵਿੱਚ ਕਰਾਉਣੀ ਆ। ਸੋ ਇਹਨਾਂ ਚੀਜ਼ਾਂ ਨੂੰ ਵੀ ਲੈ ਕੇ ਬੜੀ ਹੈਰਾਨੀ ਹੁੰਦੀ ਆ ਕਿ ਕਿਉਂ ਸਰਕਾਰ ਬਾਜਦ ਦਾ। ਮੈਂ ਤੁਹਾਨੂੰ ਦੱਸਿਆ ਸੀ ਕਿ ਦੁਨੀਆ ਭਰ ਦੇ
ਜਿਹੜੀਆਂ ਪਾਰਲੀਮੈਂਟਸ ਨੇ, ਚਾਹੇ ਯੂਕੇ ਆ, ਉਸ ਤੋਂ ਬਾਅਦ ਯੂਰਪੀਅਨ ਪਾਰਲੀਮੈਂਟ ਆ, ਉੱਥੇ ਲੈ ਲਓ, ਯੂਐਸ ਦੇ ਵਿੱਚ, ਸਾਰੇ ਕਿਤੇ ਤੁਸੀਂ ਜਾ ਕੇ ਇਸ ਮਾਮਲੇ ਦੀ ਚਰਚਾ ਹੋ ਰਹੀ ਆ। ਤੇ ਅਸੀਂ ਇਸ ਮਾਮਲੇ ਤੋਂ ਕਿਉਂ ਭੱਜ ਰਹੇ ਹਾਂ? ਕਿਉਂ ਪ੍ਰਧਾਨ ਮੰਤਰੀ ਜਦੋਂ ਵੀ ਕੋਈ ਸੰਵੇਦਨਸ਼ੀਲ ਮਾਮਲਾ ਹੁੰਦਾ ਉਦੋਂ ਬੋਲਦੇ ਨਹੀਂ ਆ? ਵੈਸੇ ਇਹੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਡਾਕਟਰ ਮਨਮੋਹਨ ਸਿੰਘ ਕਹਿੰਦੇ ਸੀ, ਕਿਉਂਕਿ ਕਹਿੰਦੇ ਉਹ ਬੋਲਦੇ ਨਹੀਂ ਆ। ਪਰ ਆਪ ਤੁਸੀਂ ਦੇਖੋ, ਜਦੋਂ ਵੀ ਕੋਈ ਇਸ ਤਰ੍ਹਾਂ ਦਾ ਵਿਸ਼ਾ ਆਵੇ, ਹੁਣ ਮਨੀਪੁਰ ਦੀ ਹਿੰਸਾ, ਪਾਰਲੀਮੈਂਟ ਦੇ ਬਾਹਰ ਤਾਂ ਬੋਲਿਆ ਪਰ ਅੰਦਰ ਨਹੀਂ ਬੋਲਦੇ। ਇਹ ਚਾਹੇ ਗੌਤਮ ਅਡਾਨੀ ਤੇ ਹੋਵੇ, ਚਾਹੇ ਚੀਨ ਤੇ ਹੋਵੇ, ਚਾਹੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਹੋਵੇ, ਇਹਨਾਂ ਨੇ ਚੁੱਪੀ ਅੱਜ ਤੱਕ ਬਣਾ ਕੇ ਰੱਖੀ ਹੋਈ ਆ। ਭਾਰਤ ਸਰਕਾਰ ਜਾਂ ਭਾਰਤ ਸਰਕਾਰ ਦੀਆਂ ਏਜੰਸੀਜ਼ ਕਿਸ ਤਰ੍ਹਾਂ ਕੰਮ ਕਰਦੀਆਂ ਨੇ, ਇਸ ਦੇ ਮਹਿਕਮੇ ਕਿਸ ਤਰ੍ਹਾਂ ਕੰਮ ਕਰਦੇ ਨੇ, ਔਰ ਇਸ ਦੀ ਖਿਚਾਈ ਹੁਣ ਸੁਪਰੀਮ ਕੋਰਟ ਦੇ ਵਿੱਚ ਫੇਰ ਇੱਕ ਵਾਰੀ ਹੋਈ ਆ। ਔਰ ਇਸ ਵਾਰੀ ਮਾਮਲਾ ਹੈ ਕੀੜੇ ਮਾਰ ਦਵਾਈਆਂ ਨੂੰ ਲੈ ਕੇ, ਕੀਟਨਾਸ਼ਕ ਨੂੰ ਲੈ ਕੇ, ਪੈਸਟੀਸਾਈਡ ਇਨਸੈਕਟੀਸਾਈਡਸ ਨੂੰ ਲੈ ਕੇ। ਦਰਅਸਲ ਹੋਇਆ ਕਿ ਇੱਕ ਐਨਜੀਓ ਆ ਜਿਸ ਦਾ ਨਾਮ ਹੈ ਵਨ ਸ਼ਕਤੀ। ਇਸ ਨੇ ਸਨ 2020 ਦੀ ਇੱਕ ਰਿਪੋਰਟ ਦਾ ਸਬ ਕਮੇਟੀ ਬਣੀ ਸੀ SK ਖੁਰਾਣਾ ਦੇ ਅਧੀਨ, ਔਰ ਸੈਂਟਰ ਗਵਰਨਮੈਂਟ ਨੇ, ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੈਂਟਰ ਗਵਰਨਮੈਂਟ ਆ, ਉਸੇ ਨੇ ਇਹ ਕਮੇਟੀ ਬਣਾਈ ਸੀ। ਔਰ ਉਸ ਕਮੇਟੀ ਨੇ ਇੱਕ ਸਟੱਡੀ ਕਰਕੇ 27 ਕੀਟਨਾਸ਼ਕ ਦਵਾਈਆਂ ਜਿਹੜੀਆਂ ਛਿੜਕੀਆਂ ਜਾਂਦੀਆਂ ਨੇ, ਪੈਸਟੀਸਾਈਡਸ, ਉਹ ਬੰਦ ਕਰ ਦਿੱਤੀਆਂ ਸੀ, ਉਹਨਾਂ ਤੇ ਬੈਨ ਲਾਤਾ ਸੀ। ਕਹਿੰਦੇ ਕਿ ਇਹਨਾਂ ਦਵਾਈਆਂ ਨੂੰ ਨਹੀਂ ਵੇਚਿਆ ਜਾਣਾ ਚਾਹੀਦਾ, ਕਿਉਂਕਿ ਇਹ ਹਿਊਮਨ ਲਾਈਫ ਲਈ, ਮਨੁੱਖਾਂ ਲਈ ਘਾਤਕ ਨੇ, ਉਹਨਾਂ ਲਈ ਹਾਨੀਕਾਰਕ ਨੇ, ਇਸ ਨਾਲ ਉਹਨਾਂ ਦੀ ਮੌਤ ਹੋ ਸਕਦੀ ਆ। ਸਾਰਿਆਂ ਲਈ, ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ, ਕਾਰਸਾਈਨੋਜੈਨਿਕ ਕੈਮੀਕਲਸ ਇਹਦੇ ਵਿੱਚ ਮੌਜੂਦ ਨੇ, ਜਿਹੜੇ ਕਿ ਕੈਂਸਰ ਲਈ ਬਹੁਤ ਪ੍ਰਭਾਵਿਤ ਹੁੰਦੇ ਨੇ, ਜਾਂ ਕੈਂਸਰ ਉਹਨਾਂ ਨਾਲ ਫੈਲ ਸਕਦਾ। ਇਹ ਗੱਲਾਂ ਵੀ ਉਹਦੇ ਵਿੱਚ ਕਹੀਆਂ ਗਈਆਂ। ਪਰ ਤੁਸੀਂ ਦੇਖੋ, ਸਨ 2022 ਦੇ ਮਹੀਨੇ ਦੇ ਵਿੱਚ ਆ ਕੇ, ਸਤੰਬਰ ਦੇ ਵਿੱਚ, ਇਹੀ ਸਰਕਾਰ ਇੱਕ ਹੋਰ ਕਮੇਟੀ ਬਣਾ ਦਿੰਦੀ ਹੈ, TP ਰਜਿੰਦਰ ਦੇ ਅਧੀਨ। ਤੇ ਉਹ ਕੀ ਕਰਦਾ? ਉਹ ਇਹਨਾਂ ਚੋਂ 24 ਕੀੜੇ ਮਾਰ ਦਵਾਈਆਂ ਜਿਹੜੀਆਂ ਸੀ, ਪੈਸਟੀਸਾਈਡ ਸੀ, ਉਹ ਕੱਢ ਦਿੰਦਾ। ਕਹਿੰਦਾ ਇਹ ਤਾਂ ਬਿਲਕੁਲ ਠੀਕ ਆ। ਕੇਵਲ ਤੇ ਕੇਵਲ 3 ਤੇ ਬੈਨ ਕਰਦਾ। ਤੇ ਇਸ ਕਰਕੇ ਇਸ NGO ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ। ਇਸ NGO ਦੇ ਜਿਹੜੇ ਵਕੀਲ ਨੇ, ਉਹ ਪ੍ਰਸ਼ਾਂਤ ਭੂਸ਼ਣ ਨੇ, ਜਾਣੇ ਮਾਨੇ ਜਿਹੜੇ ਮੰਨੇ ਪਰਮੰਨੇ ਉਹ ਵਕੀਲ ਨੇ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਤੇ ਉੱਥੇ ਜਦੋਂ ਸੁਪਰੀਮ ਕੋਰਟ ਦੇ ਕੋਲੇ ਮਾਮਲਾ ਆਉਂਦਾ, ਤੇ ਆਉਂਦਾ ਵੀ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਆ, DY ਚੰਦਰਚੂੜ। ਉਹ ਜਦੋਂ ਦੇਖਦੇ ਤੇ ਨਾਲ ਉਹਨਾਂ ਦੇ 2 ਜੱਜ ਹੋਰ ਬੈਠੇ ਹੁੰਦੇ ਆ, ਜਸਟਿਸ JB ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ। ਇਹ ਜਦੋਂ ਦੇਖਦੇ ਨੇ, ਉਹ ਕਹਿੰਦੇ, ਕੇਂਦਰ ਸਰਕਾਰ ਨੂੰ ਪੁੱਛਦੇ ਆ, ਕਹਿੰਦੇ ਤੁਸੀਂ ਕੀ ਕੰਮ ਫੜਿਆ ਹੋਇਆ? ਪਹਿਲਾਂ ਤੁਸੀਂ ਇੱਕ ਕਮੇਟੀ ਬਣਾਉਂਦੇ ਹੋ, ਕਮੇਟੀ 27 ਜਿਹੜੇ ਕੀਟਨਾਸ਼ਕ ਦਵਾਈਆਂ ਨੂੰ ਬੈਨ ਕਰ ਦਿੰਦੀ ਆ, ਫਿਰ ਤੁਸੀਂ ਇੱਕ ਕਮੇਟੀ ਬਣਾ ਦਿੰਦੇ ਹੋ, ਉਹ ਉਹਨਾਂ ਚੋਂ 24 ਨੂੰ ਕੱਢ ਕੇ ਕੇਵਲ 3 ਉੱਤੇ ਬੈਨ ਲਾਉਂਦੀ ਆ। ਕਹਿੰਦੇ ਤੁਸੀਂ ਕਮੇਟੀ ਤੇ ਕਮੇਟੀ ਬਣਾਈ ਜਾਂਦੇ ਹੋ, ਜਿੰਨੀ ਦੇਰ ਤੱਕ ਤੁਹਾਡੇ ਹੱਕ ਦੇ ਵਿੱਚ ਕੋਈ ਫੈਸਲਾ ਨਾ ਆ ਜਾਏ, ਜਾਂ ਤੁਹਾਡਾ ਮਨਪਸੰਦੀਦਾ ਫੈਸਲਾ ਨਾ ਆ ਜਾਏ। ਇਹ ਤੁਸੀਂ ਕੀ ਕੰਮ ਫੜ ਰੱਖਿਆ? ਹੁਣ ਉਹਨਾਂ ਨੇ 1 ਅਗਸਤ ਦਾ ਇਹਨਾਂ ਨੂੰ ਸਮਾਂ ਦਿੱਤਾ। ਔਰ ਤੁਸੀਂ ਦੇਖੋ, ਇਹਨਾਂ ਦੇ ਜਿਹੜੇ ਵਕੀਲ ਨੇ, ਇਹਨਾਂ ਦੇ ਐਡੀਸ਼ਨਲ ਸੋਲਿਸਿਟਰ ਜਨਰਲ ਨੇ, ਜਿਨ੍ਹਾਂ ਦਾ ਨਾਮ ਹੈ ਵਿਕਰਮਜੀਤ ਬੈਨਰਜੀ, ਉਹ ਜਵਾਬ ਕੀ ਦਿੰਦੇ ਆ? ਕਹਿੰਦੇ ਜੀ ਹੋ ਸਕਦਾ ਜਿਹੜੀ ਦੂਸਰੀ ਕਮੇਟੀ ਬਣੀ ਆ ਜਾਂ ਪਹਿਲੀ ਕਮੇਟੀ ਬਣੀ ਆ, ਇਹਨਾਂ ਦੀ ਸਾਇੰਟੀਫਿਕ ਅਪਰੋਚ ਨਾ ਹੋਵੇ, ਇਹਨਾਂ ਨੇ ਸਾਰੇ ਤੱਥ ਨਾ ਦੇਖੇ ਹੋਣ। ਸੋ ਇਸ ਕਰਕੇ ਅਸੀਂ ਚਾਹਾਂਗੇ ਕਿ ਪ੍ਰੋਪਰ ਪ੍ਰੋਸੀਜਰ ਅਡਾਪਟ ਕਰਨ। ਤੇ ਫਿਰ ਸੁਪਰੀਮ ਕੋਰਟ ਨੂੰ ਫਿਰ ਗੁੱਸਾ ਆ ਗਿਆ। ਚੀਫ ਜਸਟਿਸ ਕਹਿੰਦੇ, ਫਿਰ ਉਹਨਾਂ ਦੀ ਇੱਕ ਆਬਜ਼ਰਵੇਸ਼ਨ ਆ, ਟਿੱਪਣੀ ਆ, ਕਹਿੰਦੇ ਫਿਰ ਤੁਸੀਂ ਆਪਣਾ ਵੀ ਦੇਖੋ, ਜਿਹੜਾ ਤੁਸੀਂ ਢੰਗ ਤਰੀਕਾ ਅਪਣਾਇਆ, ਕੀ ਤੁਸੀਂ ਪ੍ਰੋਪਰ ਪ੍ਰੋਸੀਜਰ ਕਰਕੇ ਉਹ 24 ਕੀਟਨਾਸ਼ਕ ਦਵਾਈਆਂ ਬਾਹਰ ਕੱਢਤੀਆਂ ਜਿਨ੍ਹਾਂ ਉੱਤੇ ਬੈਨ ਸੀ? ਇਹ ਸਾਰੇ ਜਦੋਂ ਸਵਾਲ ਖੜੇ ਕੀਤੇ, ਤੇ ਫਿਰ ਭਾਰਤ ਸਰਕਾਰ ਦੇ ਵਕੀਲਾਂ ਨੂੰ ਵੀ ਪ੍ਰੋਪਰ ਜਵਾਬ ਨਹੀਂ ਆਇਆ। ਹੁਣ 1 ਅਗਸਤ ਨੂੰ ਫੈਸਲਾ ਹੋਊਗਾ ਕਿ ਕਿਵੇਂ ਇਹ ਸਰਕਾਰਾਂ ਕਮੇਟੀ ਤੇ ਕਮੇਟੀ ਬਣਾਈ ਜਾਂਦੀਆਂ, ਜਿੰਨੀ ਦੇਰ ਤੱਕ ਇਹਨਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਨਹੀਂ ਆ ਜਾਂਦਾ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।